ਮੈਂ ਸੁਰੇਸ਼ ਰਤਨ ਆਰਹੂਸ ਯੂਨੀਵਰਸਿਟੀ ਡੈਨਮਾਰਕ ਤੋਂ ਬੋਲ ਰਿਹਾ। ਇਹ ਪਿਛਲੇ ਇੱਕ ਮਹੀਨਾ ਕੁ ਪਹਿਲਾਂ ਕਿਸੇ ਇੱਕ ਇੰਟਰਨੈਸ਼ਨਲ ਕਾਨਫਰੰਸ ਦੇ ਆਰਗੇਨਾਈਜ਼ਰਸ ਨੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਕਿ ਵੀ ਤੁਸੀਂ ਬੁਢਾਪੇ ਦੇ ਵਿਗਿਆਨ ਦੇ ਬਾਰੇ ਖੋਜਾਂ ਵਿੱਚ ਪਿਛਲੇ 40-45 ਸਾਲ ਤੋਂ ਰੁੱਝੇ ਹੋਏ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਬੁਢਾਪੇ ਵਿੱਚ ਜਿਉ ਰਹੇ ਲੋਕੀ, ਖਾਸ ਕਰਕੇ 100 ਸਾਲ ਦੀ ਉਮਰ ਤੋਂ ਵੱਧ ਨੂੰ ਪਹੁੰਚ ਗਏ ਲੋਕਾਂ ਦੇ ਲਈ ਕਿਹੋ ਜਿਹਾ ਜੀਵਨ ਹੋਏਗਾ, ਸਮਾਜ ਕਿਹੋ ਜਿਹਾ ਹੋਏਗਾ, ਕਿਹੋ ਜਿਹਾ ਉਹ ਜੀਵਨ ਚਾਹੁੰਦੇ ਹੋਣਗੇ, ਕਿਹੋ ਜਿਹਾ ਜੀਵਨ ਅਸਲ 'ਚ ਉਹਨਾਂ ਨੂੰ ਮਿਲੇਗਾ। ਇਹਦੇ ਬਾਰੇ ਕੁਝ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ। ਇਹਨੇ ਮੈਨੂੰ ਸੋਚਣ 'ਤੇ ਮਜਬੂਰ ਕੀਤਾ ਕਿ ਹਾਂ, ਇਹ ਤਾਂ ਸੱਚੀ ਗੱਲ ਹੈ ਕਿ ਸਾਡੀਆਂ ਉਮਰਾਂ ਲੰਬੀਆਂ ਹੋ ਰਹੀਆਂ ਨੇ ਅਤੇ ਹੋਰ ਵੀ ਵੱਧ ਲੋਕੀ 100 ਸਾਲ ਤੋਂ ਵੱਧ ਦੀ ਉਮਰ ਤੱਕ ਪਹੁੰਚਣਗੇ ਅਤੇ ਜਿਉਣਗੇ। ਅਤੇ ਉਸ ਸਮੇਂ ਵਿੱਚ 10 ਮਿੰਟਾਂ ਵਿੱਚ ਉਹਨਾਂ ਨੇ ਆਪਣੀ ਗੱਲ ਮੈਨੂੰ ਕਹਿਣ ਨੂੰ ਕਿਹਾ ਸੀ, ਜਿਹੜੀ ਮੈਂ ਅੰਗਰੇਜ਼ੀ 'ਚ ਉਹਨਾਂ ਨਾਲ ਕੀਤੀ। ਹੁਣ ਮੈਨੂੰ ਵਿਚਾਰ ਆਇਆ ਕਿ ਇਸੇ ਗੱਲ ਨੂੰ ਮੈਂ ਸਾਂਝਾ ਪੰਜਾਬੀ ਸਮਝਣ ਵਾਲਿਆਂ ਨਾਲ ਵੀ ਕਰਾਂ ਕਿ ਭਵਿੱਖ ਦੇ ਵਿੱਚ 100 ਸਾਲ ਦੀ ਉਮਰ ਜਿਉਣ ਵਾਲੇ ਬੰਦਿਆਂ ਦੇ ਲਈ ਸਮਾਜ ਅਤੇ ਵਕਤ ਅਤੇ ਸਿਹਤ ਕਿਹੋ ਜਿਹੀ ਹੋਏਗੀ। ਇਹ ਤਾਂ ਗੱਲ ਹੈ ਕਿ ਸਾਡੀਆਂ ਉਮਰਾਂ ਲੰਬੀਆਂ ਹੋ ਰਹੀਆਂ ਨੇ, ਪਰ ਜਦੋਂ ਮੈਂ ਆਪਣੇ ਕੁਝ ਦੋਸਤਾਂ ਨੂੰ ਜਿਹੜੇ ਇਹਨਾਂ ਖੋਜਾਂ ਵਿੱਚ ਰੁੱਝੇ ਹੋਏ ਨੇ ਕਿ ਵੀ ਕਿੰਨੇ ਲੋਕੀ ਕਦੋਂ ਕਿੰਨੀ ਉਮਰ ਤੱਕ ਜਿਉ ਸਕਦੇ ਨੇ, ਉਹਨਾਂ ਨੂੰ ਮੈਂ ਸੰਪਰਕ ਕੀਤਾ ਤਾਂ ਉਹਨਾਂ ਨੇ ਇਹ ਅੰਦਾਜ਼ਾ ਦਿੱਤਾ ਕਿ ਅਗਲੇ 30 ਕੁ ਸਾਲਾਂ ਵਿੱਚ ਵੀ ਕੋਈ 1% ਤੋਂ ਲੈ ਕੇ 5% ਤੱਕ ਲੋਕੀ 100 ਸਾਲ ਦੀ ਉਮਰ ਨੂੰ ਪੁੱਜਣਗੇ। ਅਜੇ ਇਹ 0.5% ਅਤੇ 2% ਦੇ ਵਿੱਚ ਹੈ ਇਹ ਗਿਣਤੀ, ਪਰ ਇਹ ਗਿਣਤੀ ਜਿਹੜੀ ਹੈ 4-5% ਤੱਕ ਵੀ ਪੁੱਜ ਸਕਦੀ ਹੈ। ਇਹ ਕੋਈ ਬਹੁਤਾ ਵੱਡਾ ਨੰਬਰ ਨਹੀਂ ਹੈ, ਹਾਂਜੀ, ਪਰ ਪਹੁੰਚਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ। ਜੇ ਮੈਂ ਆਪਣੇ ਬਾਰੇ ਹੀ ਗੱਲ ਕਰਾਂ ਅਤੇ ਅਜੇ ਮੈਨੂੰ 33 ਸਾਲ ਹੋਰ ਚਾਹੀਦੇ ਨੇ 100 ਸਾਲ ਦੀ ਉਮਰ 'ਤੇ ਪੁੱਜਣ ਲਈ। ਹੁਣ ਮੈਂ 67 ਸਾਲ ਦਾ ਵਾਂ ਅਤੇ 33 ਸਾਲਾਂ ਨੂੰ 100 ਸਾਲ ਦਾ ਮੈਂ ਹੋਣ ਦਾ ਮੇਰੀ ਸੰਭਾਵਨਾ ਹੈ। ਪਰ ਉਹ ਸੰਭਾਵਨਾ ਕਿੰਨੀ ਕੁ ਹੈ? ਉਹ ਸੰਭਾਵਨਾ ਇਸ ਸਮੇਂ ਸਿਰਫ 1% ਹੈ। ਇਹ ਕੋਈ ਬਹੁਤ ਵੱਡਾ ਨੰਬਰ ਨਹੀਂ ਹੈ। ਸਿਰਫ 1% ਸੰਭਾਵਨਾ ਹੈ ਕਿ ਜੇ ਮੈਂ ਕਿਸੇ ਵੱਡੀ ਬਿਮਾਰੀ ਦਾ ਜਾਂ ਕਿਸੇ ਹੋਰ ਵੱਡੇ ਐਕਸੀਡੈਂਟ ਦਾ ਸ਼ਿਕਾਰ ਨਾ ਹੋ ਗਿਆ ਤਾਂ ਕੋਈ 1% ਚਾਂਸ ਹੈ ਕਿ ਮੈਂ 33 ਸਾਲਾਂ ਨੂੰ 100 ਸਾਲ ਦਾ ਹੋਵਾਂਗਾ। ਹੁਣ ਉਸ ਸਮੇਂ ਮੈਂ ਕਿਸ ਤਰ੍ਹਾਂ ਦੀ ਆਪਣੀ ਜ਼ਿੰਦਗੀ ਚਾਹਾਂਗਾ, ਕਿਸ ਤਰ੍ਹਾਂ ਦੀ ਜ਼ਿੰਦਗੀ ਦੀ ਸੰਭਾਵਨਾ ਹੈ ਸਮਾਜ ਵਿੱਚ ਅਤੇ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹਦੇ ਬਾਰੇ ਥੋੜ੍ਹੀਆਂ ਜਿਹੀਆਂ ਜੇ ਗੱਲਾਂ ਮੈਂ ਕਰਨੀਆਂ ਹੋਣ ਅਤੇ ਉਹਦਾ ਇਹੀ ਇੱਕ ਨਿਸਾਰ ਪੁੱਛਦਾ ਹੈ ਕਿ ਵੇਖੋ ਜੀ, ਬਾਇਓਲੋਜੀ ਦੇ ਪੱਧਰ 'ਤੇ, ਫਿਜ਼ੀਓਲੋਜੀ ਦੇ ਪੱਧਰ 'ਤੇ, ਸਰੀਰਕ ਪੱਧਰ ਉੱਤੇ ਅਤੇ ਕੋਈ ਬਹੁਤ ਵਧੀਆ ਭਵਿੱਖ ਨਹੀਂ ਦਿਖਾਈ ਦਿੰਦਾ। ਬੁਢੇਪਾ ਸ਼ੁਰੂ ਹੋ ਚੁੱਕਾ ਹੈ। ਬੁਢੇਪੇ ਨੇ ਸਰੀਰਕ ਰੂਪ ਦੇ ਵਿੱਚ ਹੇਠਾਂ ਖਰਾਬੀ ਵਾਲੀ ਵਧਣਾ। ਹਾਂ, ਜੇ ਕੋਈ ਬਹੁਤ ਵੱਡੀਆਂ ਨਵੀਆਂ ਖੋਜਾਂ ਹੋ ਗਈਆਂ ਅਤੇ ਕੋਈ ਜਾਦੂ ਦੀਆਂ ਪੁੜੀਆਂ ਬਣ ਗਈਆਂ ਕਿ ਜਿਹੜੀਆਂ ਇਸ ਬੁਢੇਪੇ ਦੇ ਹੇਠਾਂ ਜਾ ਰਹੇ ਪ੍ਰੋਸੈਸ ਨੂੰ ਥੋੜ੍ਹਾ ਜਿਹਾ ਘਟਾ ਸਕਣ ਅਤੇ ਉਹਦੇ ਵਿੱਚ ਬੜਿਆ ਹੋਰ ਸੰਭਾਵਨਾ ਵੱਧ ਸਕਦੀਆਂ ਵੀ ਨੇ, ਪਰ ਅਜੇ ਤੱਕ ਤਾਂ ਕੋਈ ਆਸਾਰ ਨਜ਼ਰ ਨਹੀਂ ਆਉਂਦੇ। ਵਿਗਿਆਨੀਆਂ ਨੇ ਹੁਣ ਤੱਕ ਕੋਈ 1000 ਤੋਂ ਵੱਧ ਇਹੋ ਜਿਹੇ ਕੈਮੀਕਲ ਲੱਭ ਲਏ ਨੇ ਜਿਹਦੇ ਨਾਲ ਉਹ ਇਹ ਕਲੇਮ ਤਾਂ ਕਰਦੇ ਨੇ, ਇਹ ਕਹਿੰਦੇ ਤਾਂ ਨਹੀਂ ਕਿ ਇਹਦੇ ਨਾਲ ਬੁਢੇਪਾ ਰੁਕ ਸਕਦਾ ਹੈ, ਇਹਦੇ ਨਾਲ ਬਿਮਾਰੀਆਂ ਅਵਾਇਡ ਹੋ ਸਕਦੀਆਂ, ਪਰ ਅਸਲ ਵਿੱਚ ਇਹੋ ਜਿਹੀ ਕੋਈ ਗੱਲ ਹੈ ਨਹੀਂ। ਉਹ ਜਾਨਵਰਾਂ ਉੱਤੇ ਰਿਸਰਚ ਕਰਕੇ, ਸੈੱਲਾਂ ਦੇ ਉੱਤੇ ਰਿਸਰਚ ਕਰਕੇ ਬੜਾ ਕੁਝ ਜਿਹੜਾ ਵੈ ਉਹ ਟੈਸਟ ਹੋ ਰਿਹਾ, ਪਰ ਅਜੇ ਮਨੁੱਖ ਤੱਕ ਨਹੀਂ ਪੁੱਜਿਆ। ਪਰ ਹਾਂ, ਅਗਲੇ 30 ਸਾਲਾਂ 'ਚ 33 ਸਾਲਾਂ 'ਚ ਬਹੁਤ ਕੁਝ ਨਵਾਂ ਬਣੇਗਾ ਅਤੇ ਮੈਨੂੰ ਆਸ ਹੈ ਕਿ ਜਦੋਂ ਮੈਂ ਵੀ 100 ਸਾਲ ਦਾ ਹੋਵਾਂਗਾ ਉਦੋਂ ਬੜੀਆਂ ਨਵੀਂ ਕਿਸਮ ਦੀਆਂ ਟੈਕਨੋਲੋਜੀਆਂ, ਸੁਵਿਧਾਵਾਂ, ਦਵਾਈਆਂ, ਭੋਜਨ ਦੇ ਪ੍ਰਚਾਰ ਇਹ ਮਦਦ ਤਾਂ ਕਰਨਗੇ ਕਿ ਮੈਨੂੰ ਜਿਹੋ ਜਿਹਾ ਮੈਂ ਬੁਢਾਪਾ ਸਰੀਰਕ ਰੂਪ ਦੇ ਵਿੱਚ ਚਾਹੁੰਦਾ ਕਿ ਮੈਂ ਤੁਰਦਾ ਫਿਰਦਾ ਰਹਾਂ, ਮੇਰਾ ਦਿਮਾਗ ਕੰਮ ਕਰਦਾ ਰਹੇ, ਮੈਨੂੰ ਆਪਣੇ ਸਰੀਰ ਦੇ ਰੋਜ਼ਮर्रा ਦੇ ਕੰਮਾਂ ਦੇ ਉੱਤੇ ਪੂਰਾ ਕਾਬੂ ਹੋਵੇ, ਮੈਨੂੰ ਆਪਣੇ ਖਾਣ ਪੀਣ, ਆਪਣੇ ਜਿਹੜੇ ਸਰੀਰਕ ਦੇ ਹੋਰ ਸਾਰੇ ਕੰਮ ਨੇ ਉਹਨਾਂ ਦੇ ਵਿੱਚ ਤਬਦੀਲੀਆਂ ਆਉਣ ਦੇ ਬਾਵਜੂਦ ਵੀ ਮੈਂ ਠੀਕ ਠਾਕ ਜਿਉਂਦਾ ਰਵਾਂ।
ਹਾਂਜੀ, ਇਹਦੇ ਵਿੱਚ ਸਾਇੰਸ ਬਹੁਤ ਮਦਦ ਕਰੇਗੀ। ਬੜਾ ਕੁਝ ਨਵਾਂ ਬਣ ਰਿਹਾ ਵੈ, ਤੇ ਉਹਦੇ ਲਈ ਮੈਨੂੰ ਬੜਾ ਆਸ਼ਾਵੰਦ ਹੁੰਦਾ ਵੀ ਆ, ਤੇ ਹੋਣਾ ਚਾਹੀਦਾ ਵੀ ਹੈ ਕਿ ਹਾਂ ਬਈ ਆਉਣ ਵਾਲੇ ਸਮਿਆਂ 'ਚ ਜਦ ਤੱਕ ਮੈਂ 100 ਸਾਲ ਦਾ ਹੋਣਾ ਹੈ, ਉਦੋਂ ਤੱਕ ਬੜੇ ਹੀ ਨਵੇਂ ਤਰੀਕੇ ਤੇ ਬੜੀਆਂ ਦਵਾਈਆਂ ਵੀ ਬਣਨਗੀਆਂ ਜਿਹਦੇ ਨਾਲ ਮੇਰੀ ਸਿਹਤ ਕਾਇਮ ਰਵੇ। ਦਵਾਈਆਂ ਦਾ ਇਲਾਜ ਤੇ ਦਵਾਈਆਂ ਦੀ ਮੈਨੇਜਮੈਂਟ ਤੇ ਬਿਮਾਰੀਆਂ ਦਾ ਇਲਾਜ ਤੇ ਬਿਮਾਰੀਆਂ ਦੀ ਮੈਨੇਜਮੈਂਟ ਕਰਨੀ ਵੱਖਰੀ ਗੱਲ ਹੈ, ਪਰ ਸਿਹਤ ਨੂੰ ਕਾਇਮ ਰੱਖਣਾ ਤਾਂ ਕਿ ਉਹ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਰੁਕਾਵਟ ਨਾ ਬਣਦੀ ਹੋਵੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਚਾਹਾਂਗਾ ਤੇ ਮੈਂ ਕਿ 100 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਜ਼ਿੰਦਗੀ ਹੋਵੇ ਜਿਹੜੀ ਕਿ ਭਵਿੱਖ ਵਿੱਚ ਹੋਣ ਵਾਲੇ 100 ਸਾਲਾਂ ਵਾਲੇ ਬੰਦਿਆਂ ਨੂੰ ਮਿਲੇਗੀ। ਹੁਣ ਇਸ ਤੋਂ ਬਾਅਦ ਦੂਜਾ ਸਵਾਲ ਆਉਂਦਾ ਹੈ ਕਿ ਉਹ ਜ਼ਿੰਦਗੀ ਕਿਹੋ ਜਿਹੀ ਹੋਏਗੀ, ਕਿ ਸਮਾਜ ਵੀ ਮੈਨੂੰ ਸਵੀਕਾਰ ਕਰੇਗਾ। ਸਮਾਜਿਕ ਜੋ ਤਬਦੀਲੀਆਂ ਹੋ ਰਹੀਆਂ ਨੇ ਉਹਦੇ ਵਿੱਚ ਮੈਨੂੰ ਮੇਰੇ ਬੁਢਾਪੇ ਨੂੰ ਸਵੀਕਾਰਤਾ ਮਿਲੇਗੀ। ਮੈਂ ਕੀ ਅਜੇ ਵੀ ਲੋਕਾਂ ਨੂੰ ਦਿਸਾਂਗਾ ਕਿ ਮੈਂ ਹਾਲੀ ਹੈਗਾ ਅਤੇ ਮੇਰਾ ਕੁਝ ਯੋਗਦਾਨ ਅਜੇ ਵੀ ਹੋ ਸਕਦਾ ਵੈ। ਇਹਦੇ ਵਿੱਚ ਥੋੜ੍ਹਾ ਹੋਰ ਵੀ ਡਿਪਰੈਸਿੰਗ ਜਿਹੜਾ ਉਦਾਸ ਕਰਨ ਵਾਲਾ ਫਿਊਚਰ ਦਿਖਾਈ ਦਿੰਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਸਾਡਾ ਸਮਾਜ ਵੱਧ ਰਿਹਾ, ਜਿਹੜੀਆਂ ਕਦਰਾਂ ਕੀਮਤਾਂ ਦੀ ਇੰਪੋਰਟੈਂਸ ਵੱਧ ਰਹੀ ਹੈ, ਉਹਦੇ ਵਿੱਚ ਬੁਢਾਪੇ ਵਾਲਿਆਂ ਦੀ ਕਦਰ ਜਿਹੜੀ ਹੈ ਉਹ ਕੋਈ ਵੱਧਦੀ ਨਜ਼ਰ ਨਹੀਂ ਆਉਂਦੀ ਪਈ। ਉਹ ਸਮਾਜ ਜਿਹੜਾ ਵੈ, ਕਿਉਂਕਿ ਅਸੀਂ ਬਜ਼ੁਰਗ ਜਦੋਂ ਹੋਵਾਂਗੇ ਤਾਂ ਸਾਨੂੰ ਨੈਚੁਰਲੀ ਕੰਮ ਕਰਨ ਦੀ ਸ਼ਕਤੀ ਵੀ ਘਟੇਗੀ। ਅਸੀਂ ਜਿਹੜਾ ਵੈ ਨਵਾਂ ਪੈਸਾ ਨਹੀਂ ਕਮਾ ਸਕਦੇ, ਪਰ ਅਸੀਂ ਸ਼ਾਇਦ ਕਦਰਾਂ ਕੀਮਤਾਂ ਨੂੰ ਕਮਾ ਸਕਦੇ ਹਾਂ, ਪਰ ਉਹਦੀ ਕੀਮਤ ਨਹੀਂ ਹੈ। ਸੋ ਉਹਦੇ ਵਿੱਚ ਜੇ ਸਮਾਜ ਸਾਨੂੰ ਇਹ ਸਮਝਦਾ ਹੈ ਕਿ ਅਸੀਂ ਉਹਦੇ 'ਤੇ ਬਰਡਨ ਆ, ਇੱਕ ਭਾਰ ਆ, ਜਿਵੇਂ ਕਿ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਰਾਜਨੀਤਿਕ ਆਮ ਕਹਿ ਦਿੰਦੇ ਨੇ ਕਿ ਬੁਢਾਪੇ ਦੇ ਵਿੱਚ ਲੋਕ ਸਮਾਜ ਦੇ ਉੱਤੇ ਭਾਰ ਨੇ, ਅਤੇ ਇਹ ਚੀਜ਼ਾਂ ਦੇ ਵਧਣ ਦੇ ਚਾਂਸ ਜ਼ਿਆਦਾ ਨੇ। ਹਾਂਜੀ, ਕਿਉਂਕਿ ਯੰਗ ਜਨਰੇਸ਼ਨ ਨੂੰ ਸਾਡੀਆਂ ਲੰਬੀਆਂ ਉਮਰਾਂ ਨਾਲ ਸ਼ਾਇਦ ਹੋਰ ਦਿੱਕਤਾਂ ਆਉਣ। ਹੁਣੇ ਹੀ ਬੜਾ ਰਿਐਕਸ਼ਨ ਹੋਣੇ ਸ਼ੁਰੂ ਹੋ ਗਏ ਨੇ ਕਈ ਦੇਸ਼ਾਂ ਵਿੱਚ। ਕੋਈ ਥਾਵਾਂ 'ਤੇ ਇਹੋ ਜਿਹੀ ਗੱਲਬਾਤ ਸ਼ੁਰੂ ਹੋ ਗਈ ਹੈ ਕਿ 65-70 ਸਾਲ ਦੀ ਉਮਰ ਤੋਂ ਬਾਅਦ ਵਾਲੇ ਬਜ਼ੁਰਗਾਂ ਦੀ ਵੋਟਿੰਗ ਦਾ ਹੱਕ ਸ਼ਾਇਦ ਖੋਹ ਲਿਆ ਜਾਣਾ ਚਾਹੀਦਾ, ਕਿਉਂਕਿ ਇਹ ਜਿਹੜੇ ਨੇ ਇਹ ਆਪਣੀ ਗਿਣਤੀ ਦੇ ਨਾਲ ਆਪਣੀਆਂ ਪਾਲਿਸੀਆਂ ਦੀ ਆਪਣੇ ਹਿਸਾਬ ਦੀ ਵੋਟਿੰਗ ਕਰਦੇ ਨੇ। ਇਹ ਪਿਛਾਂਹ ਖਿੱਚੂ ਨੇ, ਇਹ ਰੂੜੀਵਾਦੀ ਹੁੰਦੇ ਨੇ। ਸੋ ਉਹ ਕਿਹੋ ਜਿਹਾ ਸਮਾਜ ਹੋਏਗਾ ਜਦੋਂ ਮੈਂ 100 ਸਾਲ ਦਾ ਹੋਵਾਂਗਾ? ਮੈਂ ਚਾਹਾਂਗਾ ਤਾਂ ਇਹ ਕਿ ਉਹ ਸਮਾਜ ਮੇਰੇ ਐਕਸਪੀਰੀਅੰਸ ਨੂੰ, ਮੇਰੇ ਤਜਰਬੇ ਨੂੰ, ਮੇਰੀਆਂ ਕੁਝ ਹੋਰ ਕਦਰਾਂ ਕੀਮਤਾਂ ਨੂੰ ਉਹਦਾ ਮੁੱਲ ਪਾਵੇ, ਅਤੇ ਮੈਂ ਜੋ ਕੁਝ ਕਰ ਸਕਦਾ ਉਹਦੇ ਵਿੱਚ ਮੈਨੂੰ ਆਪਣੇ ਆਪ 'ਚ ਸ਼ਾਮਲ ਹੋਣ ਦਾ ਮੌਕਾ ਦੇਵੇ। ਪਰ ਇਹ ਹੁੰਦਾ ਨਹੀਂ ਹੈ। ਇਹ ਹੁੰਦਾ ਇਸ ਲਈ ਵੀ ਨਹੀਂ ਹੈ ਕਿਉਂਕਿ ਜਦੋਂ ਮੈਂ 100 ਸਾਲ ਦਾ ਹੋਵਾਂਗਾ, ਮੈਨੂੰ ਆਮ ਤੌਰ 'ਤੇ ਸਮਾਜ ਇਹੀ ਪਛਾਣੇਗਾ ਕਿ ਮੈਂ ਬੜਾ ਰੂੜੀਵਾਦੀ ਹਾਂ, ਮੈਂ ਪੁਰਾਣੀਆਂ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦਾ, ਮੈਂ ਅੱਜ ਦੀ ਜਨਰੇਸ਼ਨ ਨੂੰ ਸਮਝਦਾ ਨਹੀਂ ਹਾਂ। ਹਾਂਜੀ, ਅਤੇ ਮੈਂ ਉਹਨਾਂ ਦੇ ਨਾਲ ਹਰ ਗੱਲ 'ਤੇ ਪੰਗੇ ਲੈਂਦਾ, ਅਤੇ ਇਹਦੇ ਕਰਕੇ ਸਮਾਜ ਦੇ ਵਿੱਚ ਮੈਨੂੰ ਇਕੱਲਤਾ ਵੀ ਸਹਿਣੀ ਪਏਗੀ। ਹੁਣ ਇਕੱਲਤਾ ਜਿਹੜੀ ਹੈ ਇੱਕ 100 ਸਾਲ ਦੇ ਮਨੁੱਖ ਦੇ ਲਈ ਬੜੀ ਭਿਅੰਕਰ ਚੀਜ਼ ਹੈ, ਖਾਸ ਕਰਕੇ ਜਦੋਂ ਉਹਦੇ ਆਪਣੇ ਦੋਸਤ ਮਿੱਤਰ, ਦੂਜੇ ਭੈਣ ਭਰਾ ਵੀ ਉਸੇ ਹੀ ਉਮਰ ਦੇ ਗਰੁੱਪ ਵਾਲੇ ਜੇ ਨਾ ਜ਼ਿੰਦਾ ਰਹੇ ਹੋਣ, ਜਾਂ ਤਾਂ ਉਹ ਵੀ ਸਾਰੇ 100 ਸਾਲ ਦੇ ਹੋ ਗਏ ਹੋਣ, ਅਤੇ ਫਿਰ ਉਹਨਾਂ ਦੇ ਨਾਲ ਕਿਵੇਂ ਸਮਾਜ ਡੀਲ ਕਰੇਗਾ, ਉਹਨਾਂ ਨੂੰ ਸਮਾਜ ਕਿਵੇਂ ਮੈਨੂੰ ਹੈਂਡਲ ਕਰੇਗਾ? ਮੈਂ ਚਾਹਾਂਗਾ ਤਾਂ ਇਹੀ ਕਿ ਮੇਰੇ ਉਦੋਂ ਵੀ ਜਿੰਨੀ ਕੁ ਮੇਰੀ ਸਰੀਰਕ ਅਤੇ ਮਾਨਸਿਕ ਸਿਹਤ ਕੰਮ ਕਰਦੀ ਹੈ, ਉਹਦੇ ਹਿਸਾਬ ਸਿਰ ਮੈਨੂੰ ਸਮਾਜ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇ। ਪਰ ਸਮਾਜ ਜਿਸ ਤਰੀਕੇ ਵੱਲ ਵੱਧ ਰਿਹਾ ਵੈ, ਉਹ ਆਸਾਰ ਹਜੇ ਨਜ਼ਰ ਨਹੀਂ ਆ ਰਹੇ। ਉਹਦੇ ਵਿੱਚ ਨਜ਼ਰ ਤੇ ਹੀ ਆ ਰਹੇ ਨੇ ਕਿ ਜਿਉਂ-ਜਿਉਂ ਅਸੀਂ ਲੰਮੀ ਉਮਰ ਜਿਉਣਾ ਚਾਹੁੰਦੇ ਹਾਂ, ਅਤੇ ਜੇ ਅਸੀਂ ਖਾਸ ਕਰਕੇ ਜੇ ਥੋੜ੍ਹੇ ਬਿਮਾਰ ਪੈ ਜਾਈਏ, ਕੰਮ ਕਾਜ ਜੋ ਕਰਨ ਜੋ ਘੱਟ ਜਾਈਏ, ਅਤੇ ਸਮਾਜ ਦੇ ਉੱਤੇ ਡਿਪੈਂਡੈਂਟ ਹੋ ਜਾਈਏ, ਅਤੇ ਉਹ ਜਿਹੜਾ ਵੈ ਸਾਡਾ ਇਸ ਸਮੇਂ ਦਾ ਜਿਹੜਾ ਜਵਾਨ ਸਮਾਜ ਹੈ, ਜਾਂ ਜਿਹੜਾ ਉਸ ਸਮੇਂ ਦਾ ਜਵਾਨ ਸਮਾਜ ਹੋਏਗਾ, ਉਹਨੇ ਕੋਈ ਬਹੁਤੀ ਕਦਰ ਨਹੀਂ ਪਾਣੀ। ਅਤੇ ਉਹਦੇ ਵਿੱਚੋਂ ਸਮਾਜ ਤੋਂ ਜਾਂ ਤਾਂ ਸਾਨੂੰ ਆਪਣਾ ਵੱਖਰਾ ਸਮਾਜ ਬੁਢੇਪੇ ਦਾ ਰਚਣਾ ਪਏਗਾ, ਨਹੀਂ ਤਾਂ ਜਾਂ ਇਕੱਲਤਾ ਭੁਗਤਣੀ ਪਏਗੀ। ਹੁਣ ਇਕੱਲਤਾ ਜਿਹੜੀ ਹੈ ਉਹਦੇ ਬੜੇ ਡਬਲ ਜਿਹੇ ਰੂਪ ਨੇ। ਇਕੱਲਤਾ ਜੇ ਇੱਕ ਤਾਂ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਇਕੱਲੇ ਰਹਿਣਾ, ਜਿਹਨੂੰ ਸੋਲੀਚਿਊਡ ਕਹੀਦਾ ਹੈ, ਜਿਹਨੂੰ ਇਕਾਂਤਵਾਸ ਕਹੀਦਾ, ਤਾਂ ਉਹ ਬਹੁਤ ਹੀ ਵਧੀਆ ਗੱਲ ਹੈ। ਪਰ ਜੇ ਤੁਹਾਡੀ ਚੋਇਸ ਨਹੀਂ ਹੈ, ਜੇ ਤੁਸੀਂ ਇਹ ਨਹੀਂ ਸੋਚਦੇ ਕਿ ਵੀ ਮੈਨੂੰ ਇਕੱਲੇ ਰਹਿਣ 'ਚ ਮਜ਼ਾ ਆਉਂਦਾ ਹੈ, ਮੈਨੂੰ ਸਗੋਂ ਬਈ ਮੈਨੂੰ ਆਸਾ ਪਾਸਾ ਦੋਸਤ ਮਿੱਤਰ ਚਾਹੀਦੇ ਨੇ, ਅਤੇ ਉਹ ਇਕੱਲਤਾ ਦੇ ਵਧਣ ਦੇ ਬੜੇ ਕਾਰਨ।
ਇੱਕ ਤੇ ਸਮਾਜਿਕ ਕਾਰਨ ਨੇ, ਇਕਨੋਮਿਕ ਕਾਰਨ ਨੇ, ਤੇ ਉਹ ਇਕੱਲਤਾ ਵਧਣ ਦੇ ਵਿੱਚ ਕਈ ਵਾਰ ਸਾਡੇ ਆਪਣੇ ਵੀ ਬੜੇ ਕਾਰਨ ਹੁੰਦੇ ਨੇ ਕਿ ਜੇ ਮੈਂ ਆਪਣੇ ਆਪ ਨੂੰ ਸਮੇਂ ਦੇ ਨਾਲ ਨਾ ਢਾਲਿਆ, ਜੇ ਮੈਂ ਆਪਣੇ ਆਪ ਨੂੰ ਨਵੀਂ ਜਨਰੇਸ਼ਨ ਦੇ ਵਿਚਾਰਾਂ ਦੇ ਨਾਲ ਨਾ ਢਾਲਿਆ, ਜੇ ਮੈਂ ਇਹੀ ਹੋਕਾ ਦਿੰਦਾ ਰਿਹਾ ਕਿ ਵੀ ਨਹੀਂ 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 ਮੇਰੇ ਕੋਲ ਤੇ ਪੁਰਾਣਾ ਗਿਆਨ ਹੈ, ਜੋ ਮੇਰਾ ਵੈ ਉਹੀ ਠੀਕ ਹੈ, ਉਹਦੇ ਵਿੱਚ ਸਾਰਾ ਕੁਝ ਜਿਹੜਾ ਵੈ ਖਰਾਬ ਚੱਲ ਰਿਹਾ, ਤੇ ਮੈਂ ਤੇ ਇਕੱਲਾ ਹੋਵਾਂਗਾ ਹੀ ਹੋਵਾਂਗਾ। ਸੋ ਉਸ ਚੀਜ਼ ਨੂੰ ਲੈਂਦੇ ਹੋਏ ਕਈ ਵਾਰੀ ਉਹ ਜਿਵੇਂ ਇੱਕ ਪਾਤਰ ਸਾਹਿਬ ਦਾ ਬੜਾ ਪੁਰਾਣਾ ਸ਼ੇਅਰ ਹੈ ਨਾ ਕਿ ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ। ਉਹ ਮੈਂ ਪਾਤਰ ਸਾਹਿਬ ਤੋਂ ਖਿਮਾ ਮੰਗਦਾ ਹੋਇਆ, ਮਾਫੀ ਮੰਗਦਾ ਹੋਇਆ ਇਹ ਕਹਾਂ ਚਾਹਾਂਗਾ ਕਿ ਨਹੀਂ, ਉਹ ਮੋਢਾ ਦੇਣ ਵਾਲੀ ਗੱਲ ਦਾ ਮੈਨੂੰ ਕੋਈ ਫਿਕਰ ਨਹੀਂ। ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ, ਉਹ ਤੇ ਮੈਂ ਮਰ ਗਿਆ ਤੇ ਮੋਢਾ ਦਿਓ ਕਿ ਨਾ ਦਿਓ, ਉਹ ਜਿਨ੍ਹਾਂ ਨੇ ਦੇਣਾ ਉਹਨਾਂ ਲਈ ਸ਼ਾਇਦ ਜ਼ਰੂਰੀ ਹੈ, ਮੇਰੇ ਲਈ ਨਹੀਂ ਜ਼ਰੂਰੀ। ਸੋ ਪਾਤਰ ਸਾਹਿਬ ਦੇ ਸ਼ੇਅਰ ਨੂੰ ਜੇ ਮੈਂ ਥੋੜ੍ਹਾ ਜਿਹਾ ਵਿਗਾੜ ਤੜਾ ਲਵਾਂ ਤੇ ਉਹ ਮੈਂ ਇਹੀ ਕਹਾਂਗਾ ਕਿ ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਕੌਫੀ ਪੀਣ ਲਈ, ਕਿ ਤੈਨੂੰ ਆਪਣੇ ਸਾਥ ਲਈ ਵੀ ਕੋਈ ਚਾਹੀਦੇ ਨੇ ਤੇ ਆਪਣੇ ਚੋਇਸ ਵਾਲੇ ਵੀ ਚਾਹੀਦੇ ਨੇ। ਸੋ ਇਹ ਚੀਜ਼ਾਂ ਨੂੰ ਮੇਰੇ ਆਪਣੇ ਬਿਹੇਵੀਅਰ 'ਤੇ ਵੀ ਬੜਾ ਹੀ ਡਿਪੈਂਡ ਕਰਦਾ। ਸਿਰਫ ਇਹ ਕਹਿ ਕੇ ਵੱਡੇ ਹੋਣ ਦਾ, ਬਜ਼ੁਰਗ ਹੋਣ ਦਾ ਕੋਈ ਖਾਸ ਅਧਿਕਾਰ ਨਹੀਂ ਮਿਲ ਜਾਂਦਾ ਜੇ ਅਸੀਂ ਬੜਾ ਹੀ ਕੁਝ ਆਪਣੇ ਆਸੇ ਪਾਸੇ ਦੇ ਨਾਲ ਜਿਹਨੂੰ ਕਹਿੰਦਾ ਪੁਰਾਣੇ ਤਰੀਕੇ ਦਾ ਹੀ ਵਿਵਹਾਰ ਕਰਦਾ ਰਵਾਂ। ਸੋ ਜੇ ਤੇ ਮੈਂ ਕਰਦਾ ਰਵਾਂਗਾ ਤੇ ਮੈਂ ਵੀ ਇਕੱਲਾ ਹੋ ਜਾਵਾਂਗਾ। ਸੋ ਮੈਂ ਨਹੀਂ ਚਾਹਾਂਗਾ ਕਿ ਮੈਂ ਇਕੱਲਾ ਹੋਵਾਂ। ਇਹਦਾ ਮਤਲਬ ਇਹ ਕਿ ਮੈਨੂੰ ਆਪਣੇ ਬਿਹੇਵੀਅਰ 'ਚ ਵੀ ਬੜਾ ਕੁਝ ਨਵਾਂ ਚੇਂਜ ਕਰਨਾ ਪੈਣਾ, ਬੜਾ ਕੁਝ ਬਦਲਣਾ ਪੈਣਾ। ਸੋ ਇਹ ਸਵਾਲ ਕਿ ਆਉਣ ਵਾਲੇ ਸਮਿਆਂ 'ਚ ਜਦੋਂ ਲੰਬੀਆਂ ਉਮਰਾਂ ਹੋ ਰਹੀਆਂ ਨੇ ਤੇ ਜੇ ਅਸੀਂ 100 ਸਾਲ ਨੂੰ ਉੱਪਰ ਟੱਪ ਜਾਵਾਂਗੇ ਤੇ ਸਾਡਾ ਸਮਾਜ ਤੇ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਏਗੀ, ਇਹ ਇੱਕ ਮਿਕਸ ਜਿਹਾ ਸੰਤੁਲਿਤ ਅਤੇ ਜਵਾਬ ਨਹੀਂ ਬਣਦਾ, ਪਰ ਮਿਕਸ ਜਿਹਾ ਜਵਾਬ ਬਣਦਾ ਕਿ ਸਰੀਰਕ ਰੂਪ ਵਿੱਚ ਜਿਹੜੇ ਵੀ ਕਮਜ਼ੋਰੀਆਂ ਤੇ ਵਧਣੀਆਂ ਹੀ ਵਧਣੀਆਂ, ਪਰ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਵਿਗਿਆਨ ਬੜੀਆਂ ਨਵੇਂ ਤਰੀਕੇ ਬਣਾ ਰਿਹਾ, ਨਵੇਂ ਭੋਜਨ ਬਣਾ ਰਿਹਾ, ਨਵੀਆਂ ਦਵਾਈਆਂ ਬਣਾ ਰਿਹਾ। ਪਰ ਹਾਂ, ਜੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਣ ਦੇ ਲਈ ਮੇਰੇ ਕੋਲ ਪੈਸਾ ਹੋਵੇ, ਮੇਰੇ ਕੋਲ ਸੁਵਿਧਾ ਹੋਵੇ, ਤੇ ਮੈਂ ਉਸ ਸਰੀਰਕ ਰੂਪ ਵਿੱਚ ਆਪਣੇ 100 ਸਾਲ ਦੀ ਉਮਰ ਤੋਂ ਵੀ ਵੱਧ ਜਿਹੜੀ ਮੈਂ ਜਿਉਂ ਵੀ ਸਕਾਂਗਾ ਤੇ ਜਿਉਣ ਦੀ ਇੱਛਾ ਵੀ ਹੋਏਗੀ। ਉਸ ਤੋਂ ਜ਼ਿਆਦਾ ਜ਼ਰੂਰੀ ਮੇਰੇ ਲਈ ਹੋ ਜਾਏਗਾ ਕਿ ਮੈਨੂੰ ਸਮਾਜ ਦੇ ਵਿੱਚ ਕੀ ਹੈ ਮੇਰੀ ਹੋਂਦ। ਹਾਲੀ ਵੀ ਮੈਂ ਉੱਥੇ ਕਿਸੇ ਨੂੰ ਦਿਸਦਾ ਕਿ ਮੈਂ ਇਨਵਿਜ਼ੀਬਲ ਹੋ ਗਿਆ, ਹੁਣ ਅਦ੍ਰਿਸ਼ ਹੋ ਗਿਆ, ਤੇ ਸਮਾਜਿਕ ਤੇ ਪੋਲੀਟੀਕਲ ਰਾਜਨੀਤਿਕ ਤੌਰ 'ਤੇ ਸਿਰਫ ਇੱਕ ਭਾਰ ਲੱਗਦਾ ਤੇ ਯੰਗਰ ਜਨਰੇਸ਼ਨ ਨੂੰ ਭਾਰ। ਤੇ ਹਾਂ, ਕੀ ਮੈਂ ਆਪਣੇ ਦਿਮਾਗ ਨੂੰ ਵੀ ਖੋਲ੍ਹ ਕੇ ਰੱਖਣਾ ਕਿ ਮੈਂ ਨਵੀਂ ਜਨਰੇਸ਼ਨ ਦੇ ਨਾਲ ਉਹਨਾਂ ਦੇ ਹਾਣ ਦਾ ਬਣ ਕੇ ਗੱਲਬਾਤ ਸਮਝ ਸਕਾਂ, ਕਰ ਸਕਾਂ, ਆਪਣੀ ਰਾਏ ਦੇ ਸਕਾਂ, ਤੇ ਜਿੱਥੇ ਮੈਂ ਗਲਤ ਹਾਂ ਉੱਥੇ ਉਹਨੂੰ ਮੈਂ ਬਦਲ ਵੀ ਸਕਾਂ। ਹਾਂਜੀ, ਇਹ ਸਾਰੀਆਂ ਚੀਜ਼ਾਂ ਦੀ ਪੋਸੀਬਿਲਿਟੀ 100 ਸਾਲ ਤੋਂ ਬਾਅਦ ਦੇ ਵਿੱਚ ਬੜੇ ਵੱਡੇ ਚੈਲੰਜ ਬਣਨਗੇ। ਭਾਵੇਂ ਮੇਰੇ ਕੋਲ ਹਾਲੀ 33 ਸਾਲ ਹੈਗੇ ਨੇ 100 ਸਾਲ ਤੱਕ ਪੁੱਜਣ ਲਈ, ਪਰ ਉਹਦੇ ਲਈ ਮੈਨੂੰ ਤਿਆਰੀ ਹੁਣੇ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇੰਜੀ ਤੁਸੀਂ ਜੇ 100 ਸਾਲ ਜਿਉਣਾ ਚਾਹੁੰਦੇ ਹੋ ਤੇ 100 ਸਾਲ ਤੋਂ ਵੱਧ ਜਿਉਣਾ ਚਾਹੁੰਦੇ ਹੋ ਤੇ ਇਹਨਾਂ ਗੱਲਾਂ ਬਾਰੇ ਥੋੜ੍ਹਾ ਜਿਹਾ ਸੋਚ ਲਈਏ ਰਲ ਮਿਲ ਕੇ, ਤੇ ਬੜੀ ਚੰਗੀ ਗੱਲ ਹੈ ਕਿ ਨਾ ਜੀ। ਅੱਜ ਕੀ ਮੁਲਾਕਾਤ ਬਸ ਇਤਨੀ।